ਆਉਂਦੇ ਬੁੱਧਵਾਰ ਨੂੰ ਮੋਦੀ ਕੈਬਨਿਟ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਨ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਦਿੱਲੀ ਮੋਰਚਿਆਂ ਤੇ ਰੌਣਕ ਲਗਾਤਾਰ ਵੱਧ ਰਹੀ ਹੈ। ਕਿਸਾਨਾਂ ਨੇ ਅੱਜ ਕਿਹੜਾ ਵੱਡਾ ਐਲਾਨ ਕੀਤਾ ਹੈ। ਦਿੱਲੀ ਦੇ ਵਿੱਚ ਪ੍ਰਦੂਸ਼ਣ ਘਟ ਨਹੀਂ ਰਿਹਾ। ਸਕੂਲ ਕਾਲਜ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਕਲਾਸਾਂ ਆਨਲਾਈਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ। ਸਤਿ ਸ਼੍ਰੀ ਅਕਾਲ ਜੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਖਬਰਾਂ ਤੁਹਾਨੂੰ ਦੱਸਾਂਗੇ। ਸਭ ਤੋਂ ਪਹਿਲਾਂ ਕਿਸਾਨੀ ਸੰਘਰਸ਼ ਦੇ ਨਾਲ ਜੁੜੀਆਂ ਅਪਡੇਟਸ ਤੁਹਾਨੂੰ ਦੱਸ ਦਿੰਦੇ ਹਾਂ। ਸਿੰਘੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ, ਜਿੱਥੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 21 ਨਵੰਬਰ ਐਤਵਾਰ ਨੂੰ ਨਗਰ ਕੀਰਤਨ ਸਜਾਇਆ ਗਿਆ। ਨਿਹੰਗ ਸਿੰਘਾਂ ਦੇ ਵੱਲੋਂ ਸਾਰਾ ਇਹ ਪ੍ਰਬੰਧ ਕੀਤਾ ਗਿਆ ਅਤੇ ਮੋਰਚੇ ਦੇ ਵਿੱਚ ਸ਼ਾਮਿਲ ਹਰ ਕਿਸਾਨ ਨੇ, ਹਰ ਸੰਘਰਸ਼ੀ ਯੋਧੇ ਨੇ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਤੇ ਘੋੜਿਆਂ ਦੇ ਨਾਲ ਨਿਹੰਗ ਸਿੰਘ ਫੌਜਾਂ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਈਆਂ। ਇਸ ਤੋਂ ਪਹਿਲਾਂ ਜੋ ਪਿਛਲੇ ਸਾਲ ਵਾਲਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ, ਉਹ ਹਾਲਾਂਕਿ ਕਿਸਾਨਾਂ ਨੇ ਉਦੋਂ ਤੱਕ ਕਿਸਾਨ ਦਿੱਲੀ ਬਾਰਡਰਾਂ ਤੇ ਨਹੀਂ ਪਹੁੰਚੇ ਸੀ। ਉਹ ਪ੍ਰਕਾਸ਼ ਪੁਰਬ ਹੈ ਜਿਹੜਾ ਉਹ ਆਪੋ ਆਪਣੇ ਘਰਾਂ ਦੇ ਵਿੱਚ ਆਪੋ ਆਪਣੀਆਂ ਪਸੰਦੀਦਾ ਥਾਵਾਂ ਤੇ ਗੁਰੂ ਘਰਾਂ ਦੇ ਵਿੱਚ ਮਨਾਇਆ ਸੀ। ਪਰ ਇਸ ਵਾਰੀ ਵਾਲਾ ਪ੍ਰਕਾਸ਼ ਪੁਰਬ ਹੈ ਜਿਹੜਾ ਉਹ ਕਿਸਾਨਾਂ ਨੇ ਬਹੁਤ ਦੁੱਗਣੀਆਂ ਖੁਸ਼ੀਆਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਮਨਾਇਆ ਹੈ। 20 ਨਵੰਬਰ ਨੂੰ ਵੀ ਸਾਰਾ ਦਿਨ ਸਟੇਜ ਦੇ ਉੱਤੇ ਧਾਰਮਿਕ ਗਤੀਵਿਧੀਆਂ ਨੇ ਜਿਹੜੀਆਂ ਉਹ ਚੱਲਦੀਆਂ ਰਹੀਆਂ। ਨਗਰ ਕੀਰਤਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਤਸਵੀਰਾਂ ਦੇ ਵਿੱਚ ਬਾਪੂ ਸੰਤੋਖ ਸਿੰਘ ਵਰਗੇ ਜਿਹੜੇ ਸੰਘਰਸ਼ੀ ਬਜ਼ੁਰਗ ਜਿਹੜੇ ਇੱਕ ਦਿਨ ਵੀ ਆਪਣੇ ਘਰਾਂ ਨੂੰ ਨਹੀਂ ਮੁੜੇ ਹੈਗੇ, ਇੱਕ ਦਿਨ ਵੀ ਇਸ ਮੋਰਚੇ ਦੇ ਵਿੱਚੋਂ ਗੈਰ ਹਾਜ਼ਰ ਨਹੀਂ ਹੋਏ, ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਮੌਜੂਦ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਪੰਜ ਪਿਆਰਿਆਂ ਦੀ ਮੌਜੂਦਗੀ ਦੇ ਵਿੱਚ ਇਹ ਨਗਰ ਕੀਰਤਨ ਹੈ ਜਿਹੜਾ ਉਹ ਸਜਾਇਆ ਗਿਆ। ਅਗਲੀ ਅਹਿਮ ਖਬਰ ਖੇਤੀ ਕਾਨੂੰਨਾਂ ਦੇ ਰੱਦ ਕਰਨ ਦੇ ਨਾਲ ਜੁੜੀ ਹੋਈ ਹੈ। ਖਬਰਾਂ ਨੇ ਕਿ ਮੋਦੀ ਸਰਕਾਰ ਹੁਣ ਖੇਤੀ ਕਾਨੂੰਨ ਰੱਦ ਕਰਨ ਦਾ ਪੱਕਾ ਫੈਸਲਾ ਲੈ ਹੀ ਚੁੱਕੀ ਹੈ, ਕਿਉਂਕਿ ਕੇਂਦਰੀ ਮੰਤਰੀ ਮੰਡਲ ਦੀ ਆਉਂਦੇ ਬੁੱਧਵਾਰ ਯਾਨੀ ਕਿ 24 ਨਵੰਬਰ ਨੂੰ ਬੈਠਕ ਹੋਣ ਜਾ ਰਹੀ ਹੈ। ਉਸ ਦੇ ਵਿੱਚ ਕੈਬਨਿਟ ਹੈ ਜਿਹੜੀ ਉਹ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਬਿੱਲਾਂ ਨੂੰ ਹਰੀ ਝੰਡੀ ਦੇ ਸਕਦੀ ਹੈ। ਸੂਤਰ ਦੱਸਦੇ ਨੇ ਕਿ ਇਹ ਬਿੱਲ ਫਿਰ ਸੰਸਦ ਦੇ ਆਉਂਦੇ ਸੈਸ਼ਨ ਦੇ ਵਿੱਚ ਪੇਸ਼ ਕੀਤੇ ਜਾਣਗੇ, ਜਿਹੜਾ ਕਿ 29 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਖਬਰ ਹੈ ਜਿਹੜੀ ਤਾਜ਼ਾ ਖਬਰ ਮਿਲੀ ਹੈ। ਕਿਸਾਨਾਂ ਦੇ ਮਨ ਦੇ ਵਿੱਚ ਜਿਹੜੇ ਸ਼ੰਕਾ ਹੈ, ਕਿਉਂਕਿ ਕਿਸਾਨ ਹਾਲੇ ਤੱਕ ਵੀ ਮੋਰਚੇ ਖਾਲੀ ਕਰਕੇ ਘਰਾਂ ਨੂੰ ਨਹੀਂ ਪਰਤੇ, ਉਹਨਾਂ ਨੇ ਇਹ ਜਿਹੜਾ ਫੈਸਲਾ ਲਿਆ ਹੈ ਕਿ ਜਦੋਂ ਤੱਕ ਪਾਰਲੀਮੈਂਟ ਦੇ ਵਿੱਚ ਕਾਨੂੰਨ ਪ੍ਰਕਿਰਿਆ ਦੇ ਮੁਤਾਬਿਕ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਨਹੀਂ ਅਸੀਂ ਜਾਵਾਂਗੇ। ਯਾਨੀ ਕਿ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜ਼ੁਬਾਨ ਤੇ ਯਕੀਨ ਨਹੀਂ ਹੈ। ਇਸ ਤਰ੍ਹਾਂ ਦਾ ਜਿਹੜਾ ਸਰਕਾਰ ਨੇ ਆਪਣੀ ਪਰਫਾਰਮੈਂਸ ਇਸ ਤਰ੍ਹਾਂ ਦੀ ਦਿੱਤੀ ਹੈ ਲੋਕਾਂ ਨੂੰ ਕਿ ਲੋਕ ਯਕੀਨ ਨਹੀਂ ਕਰ ਪਾ ਰਹੇ ਤੇ ਕਿਸਾਨ ਨੇ ਜਿਹੜੇ ਉਹ ਵੀ 100% ਭਰੋਸਾ ਨਹੀਂ ਕਰ ਪਾ ਰਹੇ। ਸੋ ਹੁਣ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, ਲੱਗਦਾ ਹੈ ਕਿ ਮੋਦੀ ਸਰਕਾਰ ਕਾਨੂੰਨ ਰੱਦ ਕਰ ਦੇਵੇਗੀ। ਤੀਸਰੀ ਅਹਿਮ ਖਬਰ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਦੇ ਨਾਲ ਜੁੜੀ ਹੋਈ ਹੈ, ਜਿਹੜੀ ਕਿ ਸਿੰਘੂ ਬਾਰਡਰ ਤੇ ਹੋਈ। ਇੱਕ ਦਿਨ ਪਹਿਲਾਂ 32 ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੀ ਬੈਠਕ ਹੋਈ ਸੀ। ਉਸ ਤੋਂ ਬਾਅਦ ਐਤਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੀ ਬੈਠਕ ਹੋਈ। ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਉਸੇ ਤਰ੍ਹਾਂ ਹਾਲੇ ਜਾਰੀ ਰਹਿਣਗੇ। ਅਗਲੀ ਜਿਹੜੀ ਬੈਠਕ ਹੈ ਕਿਸਾਨ ਮੋਰਚੇ ਦੀ ਉਹ 27 ਨਵੰਬਰ ਨੂੰ ਹੋਵੇਗੀ। ਕਿਸਾਨ ਅੰਦੋਲਨ ਹਾਲੇ ਜਾਰੀ ਰਹੇਗਾ। ਉਹਨਾਂ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਅਸੀਂ ਚਿੱਠੀ ਭੇਜਾਂਗੇ ਛੇਤੀ। 29 ਨਵੰਬਰ ਨੂੰ ਸੰਸਦ ਤੱਕ ਟਰੈਕਟਰ ਮਾਰਚ ਕੀਤੇ ਜਾਣ ਦਾ ਪ੍ਰੋਗਰਾਮ ਵੀ ਹਾਲੇ ਜਿਉਂਦਾ ਤਿਉਂ ਹੈ। ਹਾਲਾਂਕਿ 27 ਨਵੰਬਰ ਤੋਂ ਬਾਅਦ ਕੋਈ ਹੋਰ ਫੈਸਲਾ ਲਿਆ ਜਾ ਸਕਦਾ ਹੈ। 22 ਨਵੰਬਰ ਨੂੰ ਲਖਨਊ ਦੇ ਵਿੱਚ ਕਿਸਾਨ ਮਹਾਪੰਚਾਇਤ ਹੋਵੇਗੀ। 26 ਨਵੰਬਰ ਨੂੰ ਸਾਰੇ ਬਾਰਡਰਾਂ ਤੇ ਕਿਸਾਨਾਂ ਦੇ ਦਿੱਲੀ ਮੋਰਚਿਆਂ ਦੀ ਵਰ੍ਹੇਗੰਢ ਮਨਾਈ ਜਾਏਗੀ। ਵੱਡੇ ਇਕੱਠ ਹੋਣਗੇ ਸਾਰੇ ਬਾਰਡਰਾਂ ਤੇ 29 ਨਵੰਬਰ ਨੂੰ ਪਾਰਲੀਮੈਂਟ ਕੂਚ ਵੀ ਹੋਵੇਗਾ। ਰਾਜੇਵਾਲ ਨੇ ਕਿਹਾ ਕਿ 22 ਨਵੰਬਰ ਤੋਂ 29 ਨਵੰਬਰ ਤੱਕ ਪ੍ਰੋਗਰਾਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਹਾਲਾਂਕਿ 27 ਨਵੰਬਰ ਨੂੰ ਜਿਹੜੀ ਬੈਠਕ ਹੋਣੀ ਹੈ ਸਵੇਰੇ 11 ਵਜੇ ਕਜ਼ਾਰੀਆ ਦੇ ਵਿੱਚ ਬੈਠਕ ਹੋਣੀ ਹੈ, ਜਿਸ ਨੂੰ ਕਿਸਾਨਾਂ ਦਾ ਵਾਈਟ ਹਾਊਸ ਕਿਹਾ ਜਾਂਦਾ ਹੈ। ਉਸ ਵਕਤ ਤੱਕ ਜਿਹੜੇ ਹਾਲਾਤ ਬਣਨਗੇ ਉਸ ਬਾਰੇ ਫੈਸਲਾ ਲਿਆ ਜਾਏਗਾ ਤੇ ਉਸ ਤੋਂ ਪਹਿਲਾਂ ਜਿਹੜੀ 24 ਨਵੰਬਰ ਨੂੰ ਸਰਕਾਰ ਦੀ ਬੈਠਕ ਹੋਣੀ ਹੈ, ਕੈਬਨਿਟ ਦੀ ਬੈਠਕ ਹੋਣੀ ਹੈ, ਉਸ ਦੇ ਵਿੱਚ ਜੇ ਪੱਕੀ ਮੋਹਰ ਲੱਗ ਗਈ ਤਾਂ ਸ਼ਾਇਦ 29 ਨਵੰਬਰ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਰੱਦ ਹੋ ਸਕਦਾ ਹੈ। ਜਿਹੜੀ ਪ੍ਰਧਾਨ ਮੰਤਰੀ ਨੂੰ ਕਿਸਾਨ ਚਿੱਠੀ ਲਿਖਣਗੇ ਉਸ ਦੇ ਵਿੱਚ ਜਿਹੜੀਆਂ ਮੰਗਾਂ ਬਾਕੀ ਰਹਿ ਗਈਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਜਾਊਗਾ। MSP ਦੀ ਕਮੇਟੀ ਕਿਹੋ ਜਿਹੀ ਹੋਏਗੀ, ਕਿਉਂਕਿ ਪ੍ਰਧਾਨ ਮੰਤਰੀ ਨੇ ਉਸ ਦਿਨ ਇਹ ਵੀ ਐਲਾਨ ਕੀਤਾ ਕਿ MSP ਦਾ ਕਾਨੂੰਨ ਲਿਆਉਣ ਦੇ ਲਈ ਅਸੀਂ ਕਮੇਟੀ ਦਾ ਗਠਨ ਕਰ ਰਹੇ ਹਾਂ। ਤੇ ਹੁਣ ਕਿਸਾਨ ਇਹ ਜਾਣਨਾ ਚਾਹੁੰਦੇ ਨੇ ਕਿ ਕਮੇਟੀ ਕਿਸ ਤਰ੍ਹਾਂ ਦੀ ਹੋਵੇਗੀ, ਉਹਦਾ ਅਧਿਕਾਰ ਖੇਤਰ ਕੀ ਹੋਏਗਾ, ਸਮਾਂ ਸੀਮਾ ਕੀ ਹੋਏਗੀ, ਕਮੇਟੀ ਕੀ ਕਰੇਗੀ ਤੇ ਉਸ ਤੇ ਚਰਚਾ ਕਰਨ ਲਈ ਜਿਹੜਾ ਹੈਗਾ ਲਿਖਿਆ ਜਾਏਗਾ ਪ੍ਰਧਾਨ ਮੰਤਰੀ ਨੂੰ। ਕਮੇਟੀ ਵਿੱਚ ਜਿੰਨੇ ਮੈਂਬਰ ਸਾਡੇ ਹੋਣਗੇ ਉਨੇ ਹੀ ਮੈਂਬਰ ਸਰਕਾਰ ਦੇ ਹੋਣਗੇ, ਪਰ ਕਿੰਨੇ ਮੈਂਬਰ ਹੋਣਗੇ ਇਹ ਤੈਅ ਕਰਨਾ ਹਾਲੇ ਬਾਕੀ ਨੇ। ਇਸ ਤਰ੍ਹਾਂ ਦੀ ਜਿਹੜੀ ਚਰਚਾ ਹੈਗੀ ਹੈ ਕਿਸਾਨ ਮੋਰਚੇ ਦੀ ਬੈਠਕ ਦੇ ਵਿੱਚ ਹੋਈ ਹੈ।
चिट्ठी ਵਿੱਚ ਇਹ ਵੀ ਲਿਖਿਆ ਜਾਏਗਾ ਕਿ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰੋ, ਪਰਾਲੀ ਵਾਲੇ ਕਾਨੂੰਨ ਰੱਦ ਕਰੋ, ਲਖੀਮਪੁਰ ਖੀਰੀ ਕਤਲकांड ਦੇ ਵਿੱਚ ਜੋ ਮੰਤਰੀ ਸ਼ਾਮਲ ਹੈ ਉਸ ਨੂੰ ਅਹੁਦੇ ਤੋਂ ਹਟਾਵੋ, ਕਿਸਾਨਾਂ ਖਿਲਾਫ ਝੂਠੇ ਕੇਸ ਜਿਹੜੇ ਦਰਜ ਕੀਤੇ ਨੇ ਉਹ ਵਾਪਸ ਲਵੋ, ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ। ਸੋ ਇਹ ਜਿਹੜੀਆਂ ਮੰਗਾਂ ਨੇ ਉਹ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨ ਯਾਦ ਕਰਵਾਉਣਗੇ। ਚੋਣਾਂ ਲੜਨ ਵਾਲੇ ਸਵਾਲ ਦੇ ਉੱਤੇ ਹਾਲੇ ਵੀ ਕਿਸਾਨ ਕੁਝ ਬੋਲਣਾ ਨਹੀਂ ਚਾਹੁੰਦੇ। ਰਾਜੇਵਾਲ ਨੂੰ ਜਦੋਂ ਚੋਣਾਂ ਲੜਨ ਬਾਰੇ ਸਵਾਲ ਪੱਤਰਕਾਰਾਂ ਨੇ ਪੁੱਛਿਆ ਤਾਂ ਰਾਜੇਵਾਲ ਨੇ नो कमेंट्स करके गल खत्म कर दी। इसका वो जो पार्लियामेंट पूछ है वो दैट स्टैंड्स एज इट इज, वो अभी वैसे ही रहेगा। उसमें फैसला करने के लिए 27 को फिर एसकेएम की मीटिंग होगी। 29 से पहले 27 तारीख को फिर एक मीटिंग होगी एसकेएम की। जो हालात उस वक्त तक बनेंगे उस पे फैसला लिया जाएगा। और एक ये भी तय हुआ कि प्राइम मिनिस्टर को एक ओपन लेटर लिखी जाएगी जिसमें जो मांगे बकाया रह गई उसके बारे में जिक्र किया जाएगा। एमएसपी की कमेटी कैसी होगी, उसका अधिकार क्षेत्र क्या होगा, उसकी समय सीमा क्या होगी, क्या क्या वो कमेटी करेगी, ये बातें इस पे चर्चा करने के लिए। और जो बिजली शोध बिल 2020 उन्होंने हमसे वादा किया था, अभी तक पार्लियामेंट में पेश नहीं हुआ, उस पर भी चर्चा होगी, उसके बारे में भी लिखा जाएगा। और पराली वाला कानून जो है उस पे वो उसके बारे में भी लिखा जाएगा जो अभी तक सारा पेंडिंग है। लखीमपुर खेड़ी कांड के बारे में भी लिखा जाएगा। और जो मंत्री जी इन्वॉल्व है उस केस में उनको मंत्री पद से हटाने के लिए मांग करने के लिए भी लिखा जाएगा। आंदोलन के दौरान सभी राज्यों के किसानों के खिलाफ जितने केस दर्ज किए गए हैं वो वापस करवाने के लिए लिखा जाएगा। डीजल की कीमतें कम करने के लिए लिखा जाएगा। और उनके लिए सारे देश को एक पैकेज देने के लिए कहा जाएगा। ये बातें जो पेंडिंग रह गई इसके बारे में चिट्ठी प्रधानमंत्री को लिखी जाएगी, जो लिखी जाएगी जिसको प्रेस में रिलीज कर दिया जाएगा। 27 को 11 बजे कजारिया में फिर मीटिंग होगी जिसमें जो हालात होंगे उस पर चर्चा करके अगला फैसला लिया जाएगा। के बारे में भी लिखा जाएगा जो अभी तक सारा पेंडिंग है। लखीमपुर खेड़ी कांड के बारे में भी लिखा जाएगा। और जो मंत्री जी इन्वॉल्व है उस केस में उनको मंत्री पद से हटाने के लिए मांग करने के लिए भी लिखा जाएगा। आंदोलन के दौरान सभी राज्यों के किसानों के खिलाफ जितने केस दर्ज किए गए हैं वो वापस करवाने के लिए लिखा जाएगा। डीजल की कीमतें कम करने के लिए लिखा जाएगा। किसान अंदोलन 1 साल होने ते लगातार असी ਸਿੰਘੂ ਬਾਰਡਰ ਤੋਂ ਜਿਹੜੀ ਕਵਰੇਜ ਕੀਤੀ ਹੈ ਤੇ ਰੋਜ਼ਾਨਾ ਅਸੀਂ 26 ਤਰੀਕ ਤੱਕ ਉਹ ਕਵਰ ਕੀਤੀਆਂ ਜਿਹੜੀਆਂ ਖਬਰਾਂ ਨੇ, ਖਾਸ ਖਬਰਾਂ ਨੇ, ਸਪੈਸ਼ਲ ਸਟੋਰੀਜ਼ ਨੇ, ਸਪੈਸ਼ਲ ਜਿਹੜੇ ਯੋਧੇ ਉੱਥੇ 1 ਸਾਲ ਤੋਂ ਬੈਠੇ ਨੇ, ਸੰਘਰਸ਼ ਕਰ ਰਹੇ ਯੋਧੇ ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਸ਼ਾਮਲ ਨੇ, ਕਿਸਾਨ ਬਜ਼ੁਰਗ ਵੀ ਸ਼ਾਮਲ ਨੇ, ਕਿਸਾਨ ਬਾਬੇ, ਕਿਸਾਨ ਵੀਰ ਸਾਰੇ ਸ਼ਾਮਲ ਨੇ, ਉਹਨਾਂ ਨੂੰ ਡਾਕੂਮੈਂਟ ਕੀਤਾ ਤੇ ਉਹ ਤੁਸੀਂ ਰੋਜ਼ਾਨਾ ਦਾ ਖਾਲਸ ਟੀਵੀ ਤੇ ਦੇਖ ਸਕਦੇ ਹੋ ਤੇ ਜਾਣ ਸਕਦੇ ਹੋ ਕਿ ਸੰਘਰਸ਼ ਲੜਨੇ ਕੋਈ ਸੌਖੇ ਨਹੀਂ ਹੁੰਦੇ। 1 ਸਾਲ ਛੋਟੀ ਗੱਲ ਨਹੀਂ ਹੁੰਦੀ, ਛੋਟਾ ਸਮਾਂ ਨਹੀਂ ਹੁੰਦਾ। ਉਸ 1 ਸਾਲ ਦੇ ਵਿੱਚ ਉਹਨਾਂ ਨੇ ਕੀ ਉਤਰਾਅ ਚੜ੍ਹਾਅ ਵੇਖੇ, ਕੀ ਚੰਗਾ ਮਾੜਾ ਸਮਾਂ ਹੰਢਾਇਆ, ਸਾਰੇ ਜਿਹੜੇ ਉਹ ਤਜਰਬੇ ਨੇ ਉਹ ਜ਼ਰੂਰ ਸੁਣਨ ਵਾਲੇ ਨੇ ਕਿਉਂਕਿ ਇਹ ਇਤਿਹਾਸ ਦੇ ਪੰਨੇ ਨੇ ਜਿਹੜੇ ਉਹ ਲਿਖੇ ਜਾ ਰਹੇ ਨੇ। ਇਸੇ ਦਰਮਿਆਨ ਉੱਥੇ ਇਹ ਵੀ ਗੱਲ ਹੈ ਜਿਹੜੀ ਚੱਲੀ ਹੈ, ਜਿਹੜੇ ਉੱਥੇ ਸਿੰਘੂ ਬਾਰਡਰ ਦੇ ਉੱਤੇ ਲਾਈਫ ਕੇਅਰ ਫਾਊਂਡੇਸ਼ਨ ਵਾਲਿਆਂ ਨੇ ਜਿਹੜਾ ਹਸਪਤਾਲ ਸ਼ੁਰੂ ਕੀਤਾ ਹੈ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਸਿੰਘੂ ਬਾਰਡਰ 'ਤੇ ਹਸਪਤਾਲ ਉਸ ਦੇ ਜਿਹੜੇ ਮੁੱਖ ਸੇਵਾਦਾਰ ਅਵਤਾਰ ਸਿੰਘ ਬੈਨੀਪਾਲ ਉਹਨਾਂ ਨੇ ਮੰਗ ਵੀ ਕੀਤੀ ਹੈ ਕਿ ਸਰਕਾਰ ਹੈ ਜਿਹੜੀ ਉਹ ਸਾਡੀ ਭਰਪਾਈ ਕਰੇ, ਖਾਸ ਕਰਕੇ ਉਹਨਾਂ ਕਿਸਾਨਾਂ ਦੀ ਜਿਨ੍ਹਾਂ ਦੀ ਸ਼ਹੀਦੀਆਂ ਹੋਈਆਂ ਨੇ, ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ ਇਸ ਸੰਘਰਸ਼ ਦੇ ਵਿੱਚ, ਉਹਨਾਂ ਪਰਿਵਾਰਾਂ ਨੂੰ ਮਦਦ ਹੈ ਜਿਹੜੀ ਉਹ ਦੇਣੀ ਚਾਹੀਦੀ ਹੈ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਦੂਸਰਾ ਜਿਹੜਾ ਇੰਨਾ ਵੱਡਾ ਜਿਹੜਾ ਖਰਬਾਂ ਰੁਪਈਆ ਖਰਚ ਇੱਥੇ ਕਿਸਾਨਾਂ ਨੂੰ ਕਰਨਾ ਪਿਆ ਹੈ, ਆਰਥਿਕ ਨੁਕਸਾਨ ਜਿਹੜਾ ਹੋਇਆ ਹੈ, ਜਿਹੜੇ ਪੈਸੇ ਨੂੰ ਉਹਨਾਂ ਨੇ ਕਿਸੇ ਹੋਰ ਕੰਮ ਲਈ ਵਰਤਣਾ ਸੀ ਉਹ ਉਹਨਾਂ ਨੇ ਇੱਥੇ ਸੰਘਰਸ਼ ਲੜਨ ਦੇ ਲਈ ਵਰਤਿਆ ਹੈ, ਉਹਦੀ ਭਰਪਾਈ ਵੀ ਜ਼ਰੂਰ ਸਰਕਾਰ ਨੂੰ ਕਰਨੀ ਚਾਹੀਦੀ ਹੈ। ਇਹ ਉਹਨਾਂ ਨੇ ਮੰਗ ਕੀਤੀ ਹੈ। ਦੇਖ ਰਹੇ ਸੀ ਜਦੋਂ ਲਿਸਟ ਭੇਜਦੇ ਆ ਇੰਨੀ ਤਾਂ ਦਵਾਈ ਵੰਡ ਚੁੱਕੀ ਹੈ, 40 ਲੱਖ ਦੇ ਕਰੀਬ ਇੱਥੇ ਮੈਂ ਕਹਿੰਦਾ ਡਾਕਟਰ ਦੀ ਸੈਲਰੀ ਜਾ ਚੁੱਕੀ ਹੈ ਤੇ ਬਾਕੀ ਜਿਹੜੇ ਹੋਰ ਖਰਚੇ ਨੇ ਉਹਨਾਂ ਨੂੰ ਅਸੀਂ ਕਾਊਂਟ ਹੀ ਨਹੀਂ ਕਰਦੇ। ਸੋ ਸਾਲ ਵੀ ਲੱਗਿਆ। ਮੈਂ ਤਾਂ ਇਹੀ ਸਰਕਾਰ ਤੋਂ ਵੀ ਸਵਾਲ ਆਉਂਦਾ ਹੈ, ਚਲੋ ਸੇਵਾ ਤਾਂ ਅਸੀਂ ਇਹੀ
ਜੋ ਜਿੰਨੀ ਇਨਵੈਸਟਮੈਂਟ ਲੰਗਰਾਂ 'ਚ ਹੋਰ ਸਾਡੀ ਇੱਥੇ ਤੁਸੀਂ ਫਾਈਨੈਂਸ਼ੀਅਲੀ ਲਗਵਾਈ ਹੈ, ਪਰ ਗੱਲ ਇਹ ਆ ਗਈ ਵੀ 1 ਸਾਲ ਬੈਠੇ ਸ਼ਹਾਦਤਾਂ ਵੀ ਦਿੱਤੀਆਂ, ਇੰਨੇ ਸਾਡੇ ਕਿਸਾਨਾਂ ਦਾ ਵੀ ਜੋ 750 ਦੇ ਕਰੀਬ ਡੈਥ ਵੀ ਹੋ ਚੁੱਕੀ ਹੈ। ਤੁਸੀਂ ਮੰਨਣਾ ਹੀ ਸੀ ਤਾਂ ਤੁਸੀਂ ਪਹਿਲਾਂ ਹੀ ਕਿਉਂਕਿ ਤੁਹਾਨੂੰ ਪਤਾ ਹੀ ਸੀ ਵੀ ਤੁਸੀਂ ਉੱਥੇ ਗਲਤ ਤੋਂ ਜੇ ਕੋਈ ਚੀਜ਼ ਸਾਨੂੰ ਨਹੀਂ ਚਾਹੀਦੀ ਸਾਡੇ ਲਈ ਉਹ ਨਹੀਂ ਠੀਕ ਹੈ। ਮੈਂ ਕਹਿੰਦਾ ਹੋਰ ਵੱਧ ਸਕਦਾ, ਤੁਸੀਂ ਇੱਥੇ ਤੇਲ ਨੂੰ ਵੀ ਕਾਊਂਟ ਕਰੋ ਨਾ, ਪੰਜਾਬ ਤੋਂ ਤੁਰਦੇ ਇੱਕ ਟਰਾਲੀ ਅੰਮ੍ਰਿਤਸਰ ਤੋਂ 40,000 ਦਾ ਤੇਲ ਖਾਂਦੀ ਹੋਊਗੀ, ਤੋ ਸਾਡੇ ਤੋਂ ਤਾਂ ਕਮਾਈ ਕਰ ਗਏ ਇਹ। ਪਰ ਮੋਰਚਾ ਹੁੰਦਾ ਹੈ ਉਹੀ ਸਟਾਰਟਿੰਗ 10-15 ਦਿਨ ਦਾ, ਠੀਕ ਹੈ ਨਾ। ਫਾਈਨੈਂਸ਼ਲੀ ਸਾਡੇ ਤੇ ਬਹੁਤ ਭਾਰ ਪਿਆ, ਸਰਕਾਰ ਨੂੰ ਭਰਪਾਈ ਕਰਨੀ ਚਾਹੀਦੀ ਹੈ। ਵੈਸੇ ਇਹਨਾਂ ਕਿਸਾਨ ਤੁਸੀਂ ਡਿਮਾਂਡ ਕਰਦੇ ਹੋ ਪਰ ਡਿਮਾਂਡ ਕਰਦੇ ਆ ਜੀ, ਬਣਨੀ ਚਾਹੀਦੀ, ਹੋਣੀ ਚਾਹੀਦੀ ਹੈ, ਠੀਕ ਹੈ ਨਾ। ਸੇਵਾ ਹੋਈ ਆ, ਲੋਕਾਂ ਦੀ ਵੀ ਸੇਵਾ ਹੋਈ ਆ, ਲੰਗਰ ਦਾ ਵੀ ਚਲੋ ਹੋਇਆ। ਲੰਗਰ ਤਾਂ ਚਲੋ ਸਾਡੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਦੇ ਥੋੜੇ ਨਹੀਂ ਆਂਦੀ, ਪੰਜਾਬ 'ਚ ਵੀ ਬਹੁਤ ਲੰਗਰ ਚੱਲਦੇ ਆ, ਪਰ ਮੰਗ ਕਰਦੇ ਆ ਅਸੀਂ ਜਿਹੜੇ 750 ਪਰਿਵਾਰ ਹੈ ਐਟਲੀਸਟ ਉਹਨਾਂ ਲਈ ਤਾਂ ਸਰਕਾਰ ਨੂੰ ਕੋਈ ਕਰਨਾ ਚਾਹੀਦਾ। ਤੇ ਇਸੇ ਦਰਮਿਆਨ ਕੈਟ ਨੇ ਇੱਕ ਰਿਪੋਰਟ ਕੱਢੀ ਹੈ ਜਿਸ ਦੇ ਵਿੱਚ ਕਿਸਾਨੀ ਸੰਘਰਸ਼ ਕਾਰਨ ਪੰਜਾਬ ਦੇ ਵਪਾਰੀਆਂ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸ ਦੀ ਜਿਹੜੀ ਖੋਜ ਕੀਤੀ ਗਈ ਹੈ, ਇਸ ਤੇ ਰਿਪੋਰਟ ਕੱਢੀ ਹੈ। ਕਿਸਾਨੀ ਅੰਦੋਲਨ ਕਾਰਨ ਪੰਜਾਬ ਦੇ ਕਈ ਗੋਦਾਮ ਤੇ ਸਟੋਰ ਲੰਬੇ ਸਮੇਂ ਤੋਂ ਬੰਦ ਪਏ ਨੇ ਅਤੇ 15 ਲੱਖ ਵਪਾਰੀਆਂ ਨੂੰ 75,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਜਿਹੜੇ ਮਾਲਕ ਹੈਗੇ ਨੇ ਇਹਨਾਂ ਗੋਦਾਮਾਂ ਤੇ ਸਟੋਰਾਂ ਦੇ, ਉਹਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਦ ਟ੍ਰਿਬਿਊਨ ਦੇ ਵਿੱਚ ਖਬਰ ਜਿਹੜੀ ਛਪੀ ਹੈ, ਇਸ ਦੇ ਵਿੱਚ CAIT ਕੈਟ ਦੇ ਸੂਬਾ ਪ੍ਰਧਾਨ ਹਰਕੇਸ਼ ਮਿੱਤਲ ਜਿਹੜੇ ਪੰਜਾਬ ਦੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਅੰਦੋਲਨ ਦੇ ਚੱਲਦਿਆਂ ਸਾਡੇ ਭਾਈਚਾਰੇ ਨੂੰ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਹਾਲੇ ਵੀ ਬਹੁਤ ਸਾਰੇ ਰਿਟੇਲ ਸਟੋਰ ਬੰਦ ਪਏ ਨੇ। ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਉਹ ਸਟੋਰ ਤੇ ਉਹ ਗੋਦਾਮ ਬੰਦ ਪਏ ਨੇ ਜਿਹੜੇ ਕਿ ਅੰਬਾਨੀਆਂ ਅਡਾਨੀਆਂ ਦੀ ਮਲਕੀਅਤ ਵਾਲੇ ਨੇ। ਬਾਕੀ ਕਿਸੇ ਵੀ ਸਟੋਰ ਨੂੰ ਕਿਸਾਨਾਂ ਨੇ ਕਦੇ ਵੀ ਬੰਦ ਕਰਨ ਦੇ ਲਈ ਨਹੀਂ ਕਿਹਾ। ਪੰਜਾਬ ਦੇ ਵਿੱਚ ਬਿਨਾਂ ਸ਼ੱਕ ਰਿਲਾਇੰਸ ਦਾ ਕੋਈ ਸਟੋਰ ਇਸ ਵਕਤ ਨਹੀਂ ਖੁੱਲ੍ਹਾ ਹੈਗਾ, ਚਾਹੇ ਉਹ ਕਿਹੜਾ ਮਰਜ਼ੀ ਸ਼ਹਿਰ ਹੋਵੇ। ਸਭ ਕਿਤੇ ਕਿਸਾਨਾਂ ਨੇ ਇਹ ਸਟੋਰ ਰਿਲਾਇੰਸ ਦੇ ਬੰਦ ਕਰਵਾ ਦਿੱਤੇ ਨੇ। ਸੋ ਜਿਹੜਾ ਵੀ ਨੁਕਸਾਨ ਹੋਇਆ ਹੈ ਉਹ ਸ਼ਾਇਦ ਅੰਬਾਨੀਆਂ ਅਡਾਨੀਆਂ ਦੀ ਮਾਲਕੀ ਵਾਲੇ ਸਟੋਰਾਂ ਨੂੰ ਹੋਇਆ। ਬੁਲੇਟਿਨ ਦੇ ਵਿੱਚ ਗੱਲ ਹੁਣ ਕੰਗਨਾ ਦੀ ਕਰਾਂਗੀ। ਕੰਗਨਾ ਰਣੌਤ ਬਹੁਤ ਹੀ ਅਜੀਬੋ-ਗਰੀਬ ਤੇ ਭੱਦੇ ਬਿਆਨ ਦੇ ਰਹੀ ਹੈ, ਖਾਸ ਕਰਕੇ ਕਿਸਾਨ ਮੋਰਚੇ ਦੇ ਲਈ, ਤੇ ਹੁਣ ਤਾਂ ਸਿੱਖ ਕੌਮ ਦੇ ਜ਼ਖਮਾਂ ਤੇ ਲੂਣ ਭੁੱਕਣ ਵਰਗਾ ਕੰਮ ਕੀਤਾ ਹੈ ਕੰਗਨਾ ਰਣੌਤ ਨੇ। ਕੰਗਨਾ ਰਣੌਤ ਨੇ ਬਿਆਨ ਤਾਂ ਦੇ ਦਿੱਤਾ ਪਰ ਇਹ ਹੁਣ ਕਿੰਨਾ ਭੁਗਤਣਾ ਪੈਣਾ ਹੈ ਇਹ ਸ਼ਾਇਦ ਕੰਗਨਾ ਦੀ ਅਕਲ ਵਿੱਚ ਵੀ ਨਾ ਆਉਂਦਾ ਹੋਵੇ। ਸਿੰਘੂ ਬਾਰਡਰ ਪੂਰੇ 1 ਸਾਲ ਤੋਂ ਕਿਸਾਨੀ ਮੋਰਚੇ ਵਿੱਚ ਡਟੇ ਸਰਪੰਚ ਮਲਕੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਕੰਗਣਾ ਨੂੰ ਤਾਂ ਹੁਣ ਕੁਝ ਨਹੀਂ ਕਹਿਣਾ, ਪਰ ਉਹਦੇ ਪਰਿਵਾਰ ਨੂੰ ਜ਼ਰੂਰ ਸਲਾਹ ਦਿੰਦੇ ਹਾਂ ਕਿ ਇਹਦੇ ਦਿਮਾਗ ਦਾ ਬਿਨਾਂ ਦੇਰੀ ਇਲਾਜ ਕਰਵਾਇਆ ਜਾਵੇ। ਮੁੰਬਈ ਸਮੇਤ ਭਾਰਤ ਦੇ ਵੱਡੇ ਸ਼ਹਿਰਾਂ ਦੇ ਵਿੱਚ ਬੜੇ ਮਸ਼ਹੂਰ ਡਾਕਟਰ ਨੇ, ਮਾਨਸਿਕ ਰੋਗੀਆਂ ਦਾ ਇਲਾਜ ਕਰਦੇ ਨੇ, ਉਹ ਜ਼ਰੂਰ ਕਰਵਾਉਣ। ਇੱਕ ਹੋਰ ਪੇਸ਼ਕਸ਼ ਵੀ ਕੀਤੀ ਹੈ ਕਿ ਜੇ ਪਰਿਵਾਰ ਕੋਲ ਕੰਗਣਾ ਦੇ ਇਲਾਜ ਲਈ ਪੈਸੇ ਨਹੀਂ ਹੈਗੇ ਤਾਂ ਅਸੀਂ ਵਿੱਤੀ ਮਦਦ ਦੇਣ ਲਈ ਵੀ ਤਿਆਰ ਹਾਂ ਤਾਂ ਕਿ ਕੰਗਣਾ ਨੰਬਰ 9 ਹੋ ਸਕੇ। ਕੰਗਣਾ ਰਣੌਤ ਨੂੰ ਤੇ ਆਪਾਂ ਕੀ ਸੁਨੇਹਾ ਦੇ ਸਕਦੇ ਹਾਂ, ਕਿਉਂਕਿ ਉਹਦੀ ਸੋਝੀ ਖਤਮ ਹੋ ਚੁੱਕੀ ਹੈ। ਉਹਦੇ ਪਰਿਵਾਰ ਨੂੰ ਇੱਕ ਸੁਨੇਹਾ ਸਾਡਾ, ਮਾਇਆ ਖੁਣੋਂ ਇਲਾਜ ਨਹੀਂ ਹੋ ਰਿਹਾ ਉਹਦੇ ਦਿਮਾਗ ਦਾ ਜੀ, ਤੇ ਅਸੀਂ ਸਾਰਾ ਖਰਚਾ ਚੱਕਾਂਗੇ, ਭਾਵੇਂ ਵਿਦੇਸ਼ 'ਚ ਉਹਦਾ ਇਲਾਜ ਕਰਵਾਇਆ ਜਾਵੇ, ਭਾਵੇਂ ਦੇਸ਼ ਦਾ ਕੋਈ ਚੰਗਾ ਕੋਈ ਹਸਪਤਾਲ ਵੇਖ ਕੇ ਜਿਹੜਾ ਕੰਗਣਾ ਦਾ ਇਲਾਜ ਹੈ ਜਿਹੜਾ ਉੱਥੋਂ ਉਹ ਕਰਵਾਇਆ ਜਾਵੇ, ਕਿਉਂਕਿ ਉਹਦੀ ਇੱਕ ਕਿਸਮ ਨਾਲ ਜਿਹੜੀ ਮੱਤ ਆ ਨਾ, ਬੁੱਧ ਆ ਨਾ, ਖਤਮ ਹੋ ਗਈ ਆ ਜੀ। ਕਹਿਣ ਦਾ ਭਾਵ ਹੈ ਜੀ ਉਹਦੀ ਮੱਤ ਬੁੱਧ ਬਿਲਕੁਲ ਖਤਮ ਹੋ ਚੁੱਕੀ ਆ। ਕਦੀ ਉਹ ਅੱਤਵਾਦੀ ਦੱਸਦੀ, ਕਦੀ ਉਹ ਖਾਲਿਸਤਾਨੀ, ਕਦੀ ਕੁਛ ਇੰਦਰਾ ਗਾਂਧੀ ਦਾ ਜ਼ਿਕਰ ਕੀਤਾ ਜੀ ਉਹਨੇ। ਮਤਲਬ ਇੱਕ ਬਹੁਤ ਆਪਣੀ ਵੱਲੋਂ ਦੇ ਇੱਕ ਚੁਸਤ ਚਲਾਕੀ ਵਾਲੇ ਬਿਆਨ ਨੇ ਉਹਨੇ ਜਿਹੜੇ ਆਪਣੇ ਵੱਲੋਂ ਦਿੱਤੇ ਨੇ ਵੀ ਮੈਨੂੰ ਹਿੰਦੂ ਭਰਾ ਜਿਹੜੇ ਨੇ ਜਾਂ ਹੋਰ ਲੋਕ ਨੇ ਉਹ ਸ਼ਾਇਦ ਕਹਿਣਗੇ ਵੀ ਬਹੁਤ ਕੰਗਣਾ ਵਧੀਆ ਕਰ ਰਹੀ ਹੈ, ਪਰ ਬਿਲਕੁਲ ਗਲਤ ਆ। ਜਿੱਥੇ ਮਨੁੱਖਤਾ ਦਾ ਸਵਾਲ ਪੈਦਾ ਹੁੰਦਾ ਉੱਥੇ ਸਾਰੇ ਲੋਕ ਜਾਣਦੇ ਨੇ ਕੌਣ ਕੀ ਕਰ ਰਿਹਾ ਤੇ ਕੌਣ ਕੀ ਕਰ ਰਿਹਾ। ਉਧਰ ਦਿੱਲੀ ਦੇ ਵਿੱਚ ਇੰਡੀਅਨ ਯੂਥ ਕਾਂਗਰਸ ਨੇ ਵੀ ਕੰਗਨਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਸ਼ਨੀਵਾਰ ਨੂੰ ਕੰਗਨਾ ਰਣੌਤ ਦੇ ਖਿਲਾਫ 2 ਵੱਖ-ਵੱਖ ਪੁਲਿਸ ਸ਼ਿਕਾਇਤਾਂ ਦਰਜ ਕਰਵਾਈਆਂ ਨੇ। ਟਵੀਟ ਕੀਤਾ ਹੈ ਸਿਰਸਾ ਨੇ, ਕਹਿੰਦੇ ਅਸੀਂ ਇੰਸਟਾਗ੍ਰਾਮ ਤੇ ਉਸ ਦੀ ਨਫ਼ਰਤ ਭਰੀ ਸਮੱਗਰੀ ਲਈ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ। ਉਧਰ IVC ਦੇ ਰਾਸ਼ਟਰੀ ਸਕੱਤਰ ਅਮਰੀਸ਼ ਰੰਜਨ ਪਾਂਡੇ ਤੇ ਜਥੇਬੰਦੀ ਦੇ ਕਾਨੂੰਨੀ ਸੈੱਲ ਦੇ ਕੋਆਰਡੀਨੇਟਰ ਅੰਬੁਜ ਦੀਕਸ਼ਿਤ ਨੇ ਸੋਸ਼ਲ ਮੀਡੀਆ ਤੇ ਕੰਗਨਾ ਵੱਲੋਂ ਕਥਿਤ ਤੌਰ ਤੇ ਦੇਸ਼ ਵਿਰੋਧੀ ਟਿੱਪਣੀ ਕਰਨ ਲਈ ਸੰਸਦ ਮਾਰਗ ਪੁਲਿਸ ਸਟੇਸ਼ਨ ਵਿੱਚ ਕੰਗਨਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਆਪਣੀ ਸ਼ਿਕਾਇਤ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਕੰਗਨਾ ਰਣੌਤ ਇੱਕ ਮਸ਼ਹੂਰ ਅਦਾਕਾਰ ਹੈ। ਇੰਸਟਾਗ੍ਰਾਮ ਤੇ ਉਹਦੇ 78 ਲੱਖ ਤੋਂ ਵੱਧ ਜਿਹੜੇ ਫਾਲੋਅਰਸ ਹੈਗੇ ਨੇ, ਪ੍ਰਸ਼ੰਸਕ ਹੈਗੇ ਨੇ, ਇਸ ਕਰਕੇ ਉਹ ਜਾਣ ਬੁੱਝ ਕੇ ਗੈਰ ਜ਼ਿੰਮੇਦਾਰਾਨਾ ਤੇ ਦੇਸ਼ ਵਿਰੋਧੀ ਪੋਸਟਾਂ ਜਿਹੜੀ ਹੈ ਉਹ ਪਾ ਰਹੀ ਹੈ, ਭਾਰਤ ਦੇ ਗਣਰਾਜ ਪ੍ਰਤੀ ਨਫ਼ਰਤ, ਅਪਮਾਨ ਤੇ ਅਸੰਤੁਸ਼ਟੀ ਨੂੰ ਭੜਕਾ ਰਹੀ ਹੈ।
ਤੇ ਕੰਗਣਾ ਦੀ ਜਿਹੜੀ ਸ਼ਰਮਸ਼ਾਰ ਕਰਨ ਵਾਲੀ ਭਾਸ਼ਾ ਹੈਗੀ ਹੈ ਉਸਨੇ ਪੰਜਾਬ ਨੂੰ ਫੇਰ ਵੰਗਾਰਿਆ ਹੈ। ਪੂਰੇ ਦੇਸ਼ ਸਣੇ ਪੰਜਾਬ ਦੇ ਵੱਡੇ ਪਰਦਿਆਂ ਤੇ ਆਪਣੀਆਂ ਫਿਲਮਾਂ ਵੇਚ ਕੇ ਰੋਟੀ ਖਾਣ ਵਾਲੀ ਇਸ ਅਦਾਕਾਰਾ ਦਾ ਬਿਆਨ ਠੀਕ ਉਸੇ ਤਰ੍ਹਾਂ ਹੈ ਜਿਵੇਂ ਕੋਈ ਰੋਟੀ ਨੂੰ ਚੋਚੀ ਕਹਿਣਾ ਸ਼ੁਰੂ ਕਰ ਦੇਵੇ। ਕੰਗਣਾ ਨੇ ਇਸ ਵਾਰੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਈ ਹੈ ਤੇ ਇੰਦਰਾ ਗਾਂਧੀ ਦੇ ਬਾਵਾ ਕਸੀਦੇ ਪੜ੍ਹ ਰਹੀ ਹੈ। ਕੰਗਣਾ ਸੋਸ਼ਲ ਮੀਡੀਆ ਤੇ ਇੰਦਰਾ ਗਾਂਧੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ਕਹਿੰਦੀ ਖਾਲਿਸਤਾਨੀ ਅੱਤਵਾਦੀ ਅੱਜ ਭਾਵੇਂ ਸਰਕਾਰ ਦੀ ਬਾਂਹ ਮਰੋੜ ਰਹੇ ਹੋਣ ਪਰ ਉਸ ਔਰਤ ਨੂੰ ਨਾ ਭੁੱਲਣਾ। ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਆਪਣੀ ਜੁੱਤੀ ਹੇਠਾਂ ਕੁਚਲ ਕੇ ਰੱਖ ਦਿੱਤਾ ਸੀ। ਉਸਨੇ ਇਸ ਦੇਸ਼ ਨੂੰ ਕਿੰਨੀ ਭਾਵੇਂ ਕਿ ਉਸ ਨੂੰ ਬਾਅਦ ਵਿੱਚ ਕਿੰਨੀ ਵੀ ਤਕਲੀਫ ਕਿਉਂ ਨਾ ਚੁੱਕਣੀ ਪੈ ਗਈ ਹੋਵੇ, ਉਸਨੇ ਆਪਣੀ ਜਾਨ ਦੀ ਕੀਮਤ ਤੇ ਇਹਨਾਂ ਨੂੰ ਮੱਛਰਾਂ ਵਾਂਗੂ ਮਸਲ ਦਿੱਤਾ ਪਰ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਕਹਿੰਦੀ ਉਹਦੀ ਮੌਤ ਦੇ ਦਹਾਕਿਆਂ ਬਾਅਦ ਵੀ ਅੱਜ ਉਹਦੇ ਨਾਂ ਤੋਂ ਇਹ ਕੰਬਦੇ ਨੇ ਤੇ ਇਹੋ ਜਿਹਾ ਹੀ ਉਹਨਾਂ ਨੂੰ ਜਿਹੜਾ ਗੁਰੂ ਚਾਹੀਦਾ, ਯਾਨੀ ਕਿ ਸਿੱਖਾਂ ਨੂੰ ਹੁਣ ਫਿਰ ਉਹੋ ਜਿਹਾ ਹੀ ਕੋਈ ਚਾਹੀਦਾ। ਖਾਲਿਸਤਾਨੀ ਅੰਦੋਲਨ ਦੇ ਉਭਾਰ ਨਾਲ ਉਹਨਾਂ ਦੀ ਕਹਾਣੀ ਪਹਿਲਾਂ ਤੋਂ ਵੱਧ ਪ੍ਰਸੰਗਿਕ ਹੈ। ਬਹੁਤ ਜਲਦੀ ਕਹਿੰਦੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਐਮਰਜੈਂਸੀ। ਸੋ ਇਸ ਤਰ੍ਹਾਂ ਦਾ ਟਵੀਟ ਕਰਕੇ ਕੰਗਣਾ ਰਣੌਤ ਨਫ਼ਰਤ ਨਹੀਂ ਭੜਕਾ ਰਹੀ, ਨਫ਼ਰਤ ਨਹੀਂ ਫੈਲਾ ਰਹੀ ਤਾਂ ਹੋਰ ਕੀ ਕਰ ਰਹੀ ਹੈ, ਕਿਉਂਕਿ ਸ਼ਾਇਦ ਉਸ ਤੋਂ ਬਾਅਦ ਦਾ ਇਤਿਹਾਸ ਕੰਗਣਾ ਨੇ ਨਹੀਂ ਪੜ੍ਹਿਆ ਹੋਣਾ। ਸਿੱਖ ਕਹਿੰਦੇ ਨੇ ਕਿ ਇੰਦਰਾ ਗਾਂਧੀ ਨੇ ਜੇ ਉਹ ਕਾਰਨਾਮੇ ਕੁਕਰਮ ਕੀਤੇ ਸੀ ਸਿੱਖਾਂ ਦੇ ਨਾਲ ਤਾਂ ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਕੀ ਹਸ਼ਰ ਹੋਇਆ ਸੀ, ਇਹ ਵੀ ਕੰਗਣਾ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ। ਸਿਰਫ ਕੰਗਣਾ ਹੀ ਨਹੀਂ, ਬਹੁਤ ਸਾਰੇ ਇਹੋ ਜਿਹੇ ਬੀਜੇਪੀ ਦੇ ਲੋਕ ਨੇ ਜਿਹੜੇ ਕਿਸਾਨਾਂ ਦੇ ਬਾਰੇ, ਸਿੱਖਾਂ ਦੇ ਬਾਰੇ, ਕਿਸਾਨੀ ਸੰਘਰਸ਼ ਦੇ ਬਾਰੇ ਊਟ ਪਟਾਂਗ ਬੋਲਦੇ ਰਹਿੰਦੇ ਨੇ। ਹੁਣ ਬੀਜੇਪੀ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸਾਕਸ਼ੀ ਮਹਾਰਾਜ ਨੇ ਕਿਹਾ ਕਿ ਬਿੱਲ ਬਣਦੇ ਰਹਿੰਦੇ ਨੇ, ਵਿਗੜਦੇ ਰਹਿੰਦੇ ਨੇ, ਵਾਪਸ ਆ ਜਾਣਗੇ, ਦੁਬਾਰਾ ਬਣਾਏ ਜਾਣਗੇ, ਇਹਦੇ 'ਚ ਕੋਈ ਸਮਾਂ ਨਹੀਂ ਲੱਗਦਾ। ਯਾਨੀ ਕਿ ਇਹ ਤਾਂ ਬਣਦੇ ਢਹਿੰਦੇ ਰਹਿੰਦੇ ਨੇ, ਫੇਰ ਆ ਜਾਣਗੇ। ਯਾਨੀ ਕਿ ਕਿਸਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਠੀਕ ਹੈ, ਇੱਕ ਵਾਰੀ ਰੱਦ ਕਰਨ ਦਾ ਐਲਾਨ ਜ਼ਰੂਰ ਕਰ ਦਿੱਤਾ ਪਰ ਇਹ ਫਿਰ ਵੀ ਆ ਸਕਦੇ ਨੇ। ਘੱਟ ਪੰਜਾਬ ਬੀਜੇਪੀ ਦੇ ਲੀਡਰ ਵੀ ਨਹੀਂ ਹੈਗੇ। ਸੁਰਜੀਤ ਜਿਆਣੀ ਨੇ ਕਿਸਾਨਾਂ ਦੇ ਵੱਲੋਂ ਜਿਹੜਾ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਉਸ ਤੇ ਤੰਜ ਕਸਦਿਆਂ ਕਿਹਾ ਹੈ ਉਸ ਤੇ ਉਹਨਾਂ ਨੂੰ ਕਾਫੀ ਤਕਲੀਫ ਹੋਈ ਹੈ। ਕਹਿੰਦੇ ਅੰਦੋਲਨ ਕਰਨਾ ਇਹਨਾਂ ਦੀ ਮਰਜ਼ੀ ਹੈ, ਪ੍ਰਜਾਤੰਤਰ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਨੇ। ਅਸੀਂ ਪਹਿਲਾਂ ਹੀ ਕਿਹਾ ਸੀ ਕਿਸਾਨੀ ਮੁੱਦਾ ਨਹੀਂ ਸਿਆਸੀ ਮੁੱਦਾ ਹੈ, ਹੁਣ ਤਾਂ ਬਿੱਲੀ ਥੈਲੇ 'ਚੋਂ ਬਾਹਰ ਨਿਕਲ ਜਾਣੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਰੀ ਦੁਨੀਆ ਦੇ ਸਾਹਮਣੇ ਖੜ ਕੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ। ਸਾਰੇ ਦੁਨੀਆ ਦੇ ਲੋਕਾਂ ਨੇ ਇਸ ਦਾ ਸਵਾਗਤ ਕੀਤਾ ਹੈ ਪਰ ਫਿਰ ਵੀ ਇਸ ਤਰ੍ਹਾਂ ਦੀ ਗੱਲ ਕਰਨੀ ਕਿ ਅਸੀਂ ਤਾਂ ਲਿਖਤੀ ਭਰੋਸੇ ਤੋਂ ਬਾਅਦ ਹੀ ਜਾਵਾਂਗੇ, ਉਹਨਾਂ ਨੂੰ ਪ੍ਰਧਾਨ ਮੰਤਰੀ ਤੇ ਯਕੀਨ ਹੀ ਨਹੀਂ ਹੈਗਾ, ਇਹ ਗਲਤ ਗੱਲ ਹੈ। ਯਾਨੀ ਕਿ ਕਿਸਾਨਾਂ ਦੇ ਇਸ ਫੈਸਲੇ ਤੋਂ ਡਟ ਕੇ ਬੈਠੇ ਰਹਿਣ ਦੇ ਫੈਸਲੇ ਤੋਂ ਬੀਜੇਪੀ ਕਾਫੀ ਔਖੀ ਭਾਰੀ ਹੋ ਰਹੀ ਹੈ, ਤਕਲੀਫ ਕਾਫੀ ਉਹਨਾਂ ਨੂੰ ਹੋ ਰਹੀ ਹੈ। ਤੇ ਦੂਜੇ ਪਾਸੇ ਕਾਂਗਰਸ ਦੇ ਲੀਡਰ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਹਾਲੇ ਕਾਹਲੀ ਕਰਨ ਦੀ ਕੋਈ ਲੋੜ ਨਹੀਂ ਹੈ, ਹਾਲੇ ਮੋਰਚਿਆਂ ਵਿੱਚ ਡਟੇ ਰਹਿਣ ਦੀ ਲੋੜ ਹੈ। ਤੇ ਉਹੀ ਗੱਲ ਹੈ ਜਿਹੜੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ। ਕਹਿੰਦੇ ਅੱਜ ਭਾਵੇਂ ਅਸੀਂ ਕੇਂਦਰ ਦੇ 3 ਕਾਲੇ ਕਾਨੂੰਨਾਂ ਖਿਲਾਫ ਆਪਣੀ ਜਿੱਤ ਤੇ ਖੁਸ਼ੀ ਮਨਾ ਰਹੇ ਹਾਂ ਪਰ ਸਾਡਾ ਅਸਲ ਕੰਮ ਹਾਲੇ ਸ਼ੁਰੂ ਹੋਇਆ। ਖੇਤੀ ਕਾਨੂੰਨਾਂ ਤੋਂ ਬਿਨਾਂ MSP, ਗਰੀਬਾਂ ਲਈ ਭੋਜਨ ਸੁਰੱਖਿਆ, ਸਰਕਾਰੀ ਖਰੀਦ ਤੇ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਲਈ ਕੇਂਦਰ ਦੀਆਂ ਗੁੱਝੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਚੱਲਦੀਆਂ ਰਹਿਣਗੀਆਂ। ਇਹ ਹੁਣ ਗੁਪਤ ਤੇ ਹੋਰ ਖਤਰਨਾਕ ਹੋਣਗੀਆਂ। ਸਿੱਧੂ ਨੇ ਟਵੀਟ ਕਰਕੇ ਕਿਹਾ ਖਰੀਦ, ਸਟੋਰੇਜ ਤੇ ਪਰਚੂਨ ਨਿੱਜੀ ਹੱਥਾਂ ਵਿੱਚ ਦੇਣ ਲਈ ਕੇਂਦਰ ਦੀ ਯੋਜਨਾ ਹਾਲੇ ਵੀ ਜਾਰੀ ਹੈ। MSP ਦੇ ਕਾਨੂੰਨੀਕਰਨ ਬਾਰੇ ਕੇਂਦਰ ਨੇ ਕੋਈ ਸ਼ਬਦ ਨਹੀਂ ਬੋਲਿਆ। ਅਸੀਂ ਜੂਨ 2020 ਦੇ ਹਾਲਾਤ ਵਿੱਚ ਵਾਪਸ ਪਹੁੰਚ ਗਏ ਹਾਂ। ਕਾਰਪੋਰੇਟ ਦੇ ਕਬਜ਼ੇ ਤੋਂ ਬਚਣ ਲਈ ਛੋਟੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਸਮਰਥਨ ਦੀ ਲੋੜ ਹੈ ਤੇ ਪੰਜਾਬ ਮਾਡਲ ਹੀ ਇਹਦਾ ਇੱਕੋ ਇੱਕ ਹੱਲ ਹੈ। ਤੇ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਸੁਰਜੀਤ ਜਿਆਣੀ ਨੇ ਵੀ ਜਵਾਬ ਦਿੱਤਾ। ਕਹਿੰਦੇ ਸਿੱਧੂ ਨੇ ਕਦੇ ਸਿੱਧੀ ਗੱਲ ਤਾਂ ਕੋਈ ਕੀਤੀ ਹੀ ਨਹੀਂ, ਹਮੇਸ਼ਾ ਟੇਢੀ ਗੱਲ ਕੀਤੀ ਹੈ। ਨਿੰਦਾ ਕਰਨਾ ਇਹਨਾਂ ਦਾ ਕੰਮ ਹੈ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕਹਿ ਹੀ ਦਿੱਤੀ ਹੈ ਉਸ ਤੋਂ ਬਾਅਦ ਤਾਂ ਕੋਈ ਸ਼ੰਕਾ ਰਹਿ ਹੀ ਨਹੀਂ ਜਾਂਦੀ। ਫੇਰ ਵੀ ਸ਼ੰਕਾ ਕਰਨਾ ਦੇਸ਼ ਦੀ ਤੌਹੀਨ ਹੈ। MSP ਤਾਂ ਮਿਲ ਰਹੀ ਹੈ, ਗੱਲਾਂ ਕਰਨੀਆਂ ਸੌਖੀਆਂ ਨੇ, ਕੰਮ ਕਰਨੇ ਔਖੇ ਹੁੰਦੇ ਨੇ। ਪ੍ਰਧਾਨ ਮੰਤਰੀ ਨੇ ਗਰੀਬਾਂ ਲਈ ਜੋ ਸਹੂਲਤ ਦਿੱਤੀ ਹੈ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ, ਕਾਂਗਰਸ ਦੇ 0 ਕੰਮ ਨੇ। ਤੇ ਹੁਣ ਗੱਲ ਕਰਦੇ ਹਾਂ ਸਿੱਧੂ ਦੇ ਕਰਤਾਰਪੁਰ ਲਾਂਘੇ ਦੌਰਾਨ ਦਿੱਤੇ ਗਏ ਬਿਆਨ ਦੀ, ਜਿਹੜਾ ਉਹਨਾਂ ਨੇ ਕਿਹਾ ਸੀ ਕਿ ਇਮਰਾਨ ਖਾਨ ਮੇਰਾ ਭਰਾ ਹੈ। ਉਸ ਤੇ ਸਿਆਸਤ ਹਾਲੇ ਵੀ ਲਗਾਤਾਰ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਤੇ ਰਾਸ਼ਟਰੀ ਬੁਲਾਰੇ ਵਿਧਾਇਕ ਰਾਘਵ ਚੱਡਾ ਨੇ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿਹੜਾ ਪਾਕਿਸਤਾਨ ਦੀ ਹਮਾਇਤ ਵਾਲੇ, ਪਾਕਿਸਤਾਨ ਦੇ ਪਿਆਰ ਵਾਲੇ ਬਿਆਨ ਦਿੱਤੇ ਜਾ ਰਹੇ ਨੇ ਉਸ ਨੂੰ ਚਿੰਤਾਜਨਕ ਦੱਸਿਆ। ਚੱਡਾ ਦੇ ਮੁਤਾਬਕ ਚੰਨੀ ਤੇ ਸਿੱਧੂ ਦਾ ਪਾਕਿਸਤਾਨ ਪ੍ਰਤੀ ਇਹ ਪ੍ਰੇਮ ਦੇਸ਼ ਤੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਲਈ ਖਤਰਨਾਕ ਹੈ। ਚੱਡਾ ਨੇ ਕਿਹਾ ਕਿ ਸਿੱਧੂ ਦਾ ਜਿਹੜਾ ਪਾਕਿਸਤਾਨੀ ਪ੍ਰੇਮ ਹੈ ਇਹ ਅੰਦਰੂਨੀ ਸੁਰੱਖਿਆ ਲਈ ਬਹੁਤ
ਥ੍ਰੈਟ ਬਣ ਚੁੱਕਿਆ ਹੈ, ਯਾਨੀ ਕਿ ਧਮਕੀ ਬਣ ਚੁੱਕਿਆ ਹੈ। ਪੰਜਾਬ ਦੇ ਵੱਖ-ਵੱਖ ਡੀਜੀਪੀ ਵੀ ਸਮੇਂ-ਸਮੇਂ ਤੇ ਦੱਸਦੇ ਆਏ ਨੇ ਤੇ ਇਹ ਸਭ ਕੁਝ ਸਾਡੇ ਸਾਹਮਣੇ ਵੀ ਹੈ ਤੇ ਅਜਿਹੇ ਸਮੇਂ ਵਿੱਚ ਸੱਤਾਧਾਰੀ ਕਾਂਗਰਸ ਵੱਲੋਂ ਪਾਕਿਸਤਾਨ ਨੂੰ ਗਲੇ ਲਾਉਣਾ ਅਫਸੋਸਜਨਕ ਹੈ। ਸਿਆਸਤ ਨਾਲ ਜੁੜੀ ਖਬਰ ਇਹ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਸਿੱਧੂ ਨੂੰ ਵੰਗਾਰਦੇ ਹੁੰਦੇ ਸੀ ਕਿ ਜਿੱਥੇ ਵੀ ਸਿੱਧੂ ਚੋਣ ਲੜੂਗਾ ਉੱਥੋਂ ਮੈਂ ਉਹਨੂੰ ਮੈਦਾਨ ਦੇ ਵਿੱਚੋਂ ਭਜਾਊਂਗਾ, ਉਸ ਨੂੰ ਹਰਾ ਕੇ ਵਾਪਸ ਭੇਜਣ ਲਈ ਮਜਬੂਰ ਕਰ ਦੇਵਾਂਗਾ, ਉਹ ਹੁਣ ਪਟਿਆਲੇ ਤੇ ਆ ਗਏ ਨੇ ਮੁੜ ਕੇ। ਕੈਪਟਨ ਨੇ ਕਿਹਾ ਕਿ ਮੈਂ ਪਟਿਆਲਾ ਤੋਂ ਹੀ ਚੋਣ ਲੜੂੰਗਾ, ਪਟਿਆਲਾ 400 ਸਾਲਾਂ ਤੋਂ ਸਾਡੇ ਨਾਲ ਰਿਹਾ ਤੇ ਮੈਂ ਸਿੱਧੂ ਦੀ ਖਾਤਰ ਪਟਿਆਲਵੀਆਂ ਨੂੰ ਛੱਡਣ ਵਾਲਾ ਨਹੀਂ ਹਾਂ। ਦਰਅਸਲ ਕੈਪਟਨ ਨੇ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਲਈ ਸੀ। ਕੈਪਟਨ ਨੇ ਦਾਅਵਾ ਕੀਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਦੇ ਵੀ ਜਿੱਤਣ ਨਹੀਂ ਦਿਆਂਗਾ। ਸੋ ਇਸ ਬਿਆਨ ਤੋਂ ਤਾਂ ਲੱਗਦਾ ਹੈ ਕਿ ਕੈਪਟਨ ਸਾਹਿਬ ਨੇ ਜਿਹੜੇ ਉਹ ਸ਼ਾਇਦ ਹੋਰ ਕਿਤੇ ਪੈਰ ਧਰਨ ਦੀ ਹਿੰਮਤ ਨਹੀਂ ਕਰ ਰਹੇ, ਪਟਿਆਲੇ ਨੂੰ ਛੱਡ ਕੇ ਹੋਰ ਕਿਤੋਂ ਲੱਗਦਾ ਹੈ ਕਿ ਉਹਨਾਂ ਨੂੰ ਸ਼ਾਇਦ ਉਹ ਹਮਾਇਤ ਨਹੀਂ ਮਿਲਣੀ। ਇਸ ਕਰਕੇ ਉਹਨਾਂ ਨੇ ਹੁਣ ਇੱਥੋਂ ਤੱਕ ਕਹਿ ਦਿੱਤਾ ਕਿ ਸਿੱਧੂ ਦੀ ਖਾਤਰ ਮੈਂ ਪਟਿਆਲਵੀਆਂ ਨੂੰ ਨਹੀਂ ਛੱਡ ਸਕਦਾ। ਪਹਿਲਾਂ ਜਿਹੜੇ ਕਹਿੰਦੇ ਹੁੰਦੇ ਸੀ ਕਿ ਸਿੱਧੂ ਨੂੰ ਮੈਂ ਜਿੱਤਣ ਦਿੰਦਾ। ਸੋ ਇਹ ਸਿਆਸਤ ਹੈ, ਸਿਆਸਤ ਦੇ ਵਿੱਚ ਰੰਗ ਬਦਲਦੇ ਰਹਿੰਦੇ ਨੇ। ਇੱਕ ਖਬਰ ਦਿੱਲੀ ਤੋਂ ਤੁਹਾਨੂੰ ਦੱਸ ਦਿੰਦੇ ਹਾਂ, ਜਿੱਥੇ ਅਗਲੇ ਹੁਕਮਾਂ ਤੱਕ ਸਕੂਲ ਕਾਲਜ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ। ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ ਕਿਹਾ ਹੈ ਕਿ ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਹਾਲੇ ਘਟਿਆ ਨਹੀਂ ਹੈ। ਪਹਿਲਾਂ ਇਹ ਖਬਰਾਂ ਨੇ ਜਿਹੜੀਆਂ ਉਹ ਆਈਆਂ ਸੀ ਕਿ ਐਤਵਾਰ ਤੱਕ ਪ੍ਰਦੂਸ਼ਣ ਦਾ ਪੱਧਰ ਘਟ ਸਕਦਾ ਹੈ, ਪਰ ਐਤਵਾਰ ਤੱਕ ਵੀ ਕੋਈ ਰਾਹਤ ਨਹੀਂ ਮਿਲੀ ਦਿੱਲੀ ਵਾਸੀਆਂ ਨੂੰ। ਇਸ ਕਰਕੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਆਨਲਾਈਨ ਕਲਾਸਾਂ ਨੇ ਜਿਹੜੀਆਂ ਉਹ ਚਾਲੂ ਰਹਿਣਗੀਆਂ। ਖਬਰ ਡੀਐਸਡੀਐਮਸੀ ਚੋਣਾਂ ਦੇ ਨਾਲ ਜੁੜੀ ਹੋਈ ਹੈ, ਜਿਨ੍ਹਾਂ ਦੇ ਵਿੱਚ ਵਾਰਡ ਨੰਬਰ 46 ਪ੍ਰੀਤ ਵਿਹਾਰ ਦੀਆਂ ਵੋਟਾਂ ਦੀ ਮੁੜ ਗਿਣਤੀ ਦੇ ਅਦਾਲਤ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਭੁੱਲਰ ਮੁੜ ਜੇਤੂ ਰਹੇ ਨੇ, ਯਾਨੀ ਕਿ ਅਕਾਲੀ ਦਲ ਬਾਦਲ ਦੇ ਉਮੀਦਵਾਰ। ਇਸ ਬਾਰੇ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਅਦਾਲਤ ਨੇ ਇਸ ਵਾਰਡ ਦੀਆਂ ਵੋਟਾਂ ਦੀ ਮੁੜ ਤੋਂ ਗਿਣਤੀ ਦੇ ਹੁਕਮ ਦਿੱਤੇ ਸੀ ਤੇ ਮੁੜ ਗਿਣਤੀ ਵਿੱਚ ਇਹਨਾਂ ਦੇ ਉਮੀਦਵਾਰ ਜੇਤੂ ਰਹੇ ਨੇ। ਭੁੱਲਰ ਪਹਿਲਾਂ ਵੀ ਜੇਤੂ ਸਨ, ਪਰ ਵਿਰੋਧੀ ਧਿਰ ਨੇ ਕਹਿੰਦੇ ਜਾਣਬੁੱਝ ਕੇ ਕੂੜ ਪ੍ਰਚਾਰ ਕੀਤਾ, ਅਦਾਲਤਾਂ ਦੇ ਸਹਾਰੇ ਜਿੱਤਣ ਦਾ ਯਤਨ ਕੀਤਾ। ਇਹ ਕਹਿਣਾ ਸਿਰਸਾ ਤੇ ਕਾਲਕਾ ਦਾ। ਜੇਤੂ ਰਹਿਣ ਤੋਂ ਬਾਅਦ ਭੁਪਿੰਦਰ ਸਿੰਘ ਭੁੱਲਰ ਨੇ ਸਾਥੀਆਂ ਦੇ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਮੱਥਾ ਟੇਕਿਆ। ਕਮੇਟੀ ਦੀ ਚੋਣ ਹੋਏ ਨੂੰ ਨਤੀਜਾ ਆਏ ਨੂੰ 2-3 ਮਹੀਨੇ ਲੰਘ ਚੁੱਕੇ ਨੇ, ਪਰ ਹਾਲੇ ਤੱਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਹੈ ਜਿਹੜੀ ਉਹ ਨਹੀਂ ਹੋ ਸਕੀ ਹੈ। 29 ਨਵੰਬਰ ਦੀ ਤਾਰੀਖ ਹੈ ਜਿਹੜੀ ਹੁਣ ਮਿਲ ਰਹੀ ਹੈ ਕਿ 29 ਨਵੰਬਰ ਨੂੰ ਸ਼ਾਇਦ ਨਵੀਂ ਜਿਹੜੀ ਹੈਗੀ ਹੈ ਕੈਬਨਿਟ, ਜਿਹੜੀ ਦਿੱਲੀ ਕਮੇਟੀ ਦੀ ਕੈਬਨਿਟ ਹੈ ਉਸ ਦੀ ਚੋਣ ਹੋ ਜਾਏਗੀ, ਕਾਰਜਕਾਰਨੀ ਦੀ ਚੋਣ ਹੋ ਜਾਏਗੀ। ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਦੇ ਲਈ ਬੜੀ ਚਿੰਤਾ ਵਾਲੀ ਖਬਰ ਹੈ, ਕਿਉਂਕਿ ਪੀਐਨਬੀ ਦੇ 18 ਕਰੋੜ ਗਾਹਕਾਂ ਦੀ ਨਿੱਜੀ ਤੇ ਵਿੱਤੀ ਜਾਣਕਾਰੀ ਤੇ ਡਾਕਾ ਵੱਜਿਆ ਹੈ। ਸਾਈਬਰ ਸੁਰੱਖਿਆ ਫਰਮ ਸਾਈਬਰ X9 ਨੇ ਦਾਅਵਾ ਕੀਤਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇ ਸਰਵਰ ਦੇ ਵਿੱਚ ਕਥਿਤ ਤੌਰ ਤੇ ਗੜਬੜੀ ਕਾਰਨ 7 ਮਹੀਨਿਆਂ ਦੇ ਵਿੱਚ ਕਰੀਬ 18 ਕਰੋੜ ਗਾਹਕਾਂ ਦੀਆਂ ਨਿੱਜੀ ਤੇ ਵਿੱਤੀ ਸੂਚਨਾਵਾਂ ਚੋਰੀ ਹੋਈਆਂ ਨੇ। ਸਾਈਬਰ X9 ਨੇ ਕਿਹਾ ਕਿ ਸਾਈਬਰ ਹਮਲਾ ਜਨਤਕ ਖੇਤਰ ਦੇ ਬੈਂਕ ਵਿੱਚ ਸੁਰੱਖਿਆ ਖਾਮੀਆਂ ਤੋਂ ਲੈ ਕੇ ਪ੍ਰਸ਼ਾਸਨਿਕ ਕੰਟਰੋਲ ਵਾਲੀ ਪੂਰੀ ਡਿਜੀਟਲ ਬੈਂਕਿੰਗ ਪ੍ਰਣਾਲੀ ਤੱਕ ਸੀ। ਇਸ ਦੌਰਾਨ ਬੈਂਕ ਨੇ ਤਕਨੀਕੀ ਗੜਬੜੀ ਦੀ ਗੱਲ ਤਾਂ ਮੰਨੀ ਹੈ, ਪਰ ਗਾਹਕਾਂ ਦੀ ਨਿੱਜੀ ਜਾਣਕਾਰੀ ਤੇ ਵਿੱਤੀ ਸੂਚਨਾ ਚੋਰੀ ਹੋਣ ਤੋਂ ਇਨਕਾਰ ਕੀਤਾ। ਉੱਘੇ ਨਾਵਲਕਾਰ ਨਾਨਕ ਸਿੰਘ ਦੇ ਪੁੱਤਰ ਤੇ ਉੱਘੇ ਪੰਜਾਬੀ ਪ੍ਰਕਾਸ਼ਕ ਕੁਲਵੰਤ ਸਿੰਘ ਸੂਰੀ ਦਾ ਦੇਹਾਂਤ ਹੋ ਗਿਆ। ਸੂਰੀ ਐਤਵਾਰ ਸਵੇਰੇ ਚੱਲ ਵਸੇ। ਉਹ 99 ਵਰ੍ਹਿਆਂ ਦੇ ਸਨ। ਉਹਨਾਂ ਦੇ ਛੋਟੇ ਭਰਾ ਤੇ ਬਾਲ ਲੇਖਕ ਡਾਕਟਰ ਕੁਲਬੀਰ ਸਿੰਘ ਸੂਰੀ ਦੇ ਦੱਸਣ ਦੇ ਮੁਤਾਬਿਕ ਮ੍ਰਿਤਕ ਦੇਹ ਦਾ ਸੰਸਕਾਰ ਐਤਵਾਰ ਨੂੰ ਗੁਰਦੁਆਰਾ ਸ਼ਹੀਦਾਂ ਨੇੜਲੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਪਰਿਵਾਰ ਰਹਿੰਦਾ ਸੀ। ਨਾਵਲਕਾਰ ਨਾਨਕ ਸਿੰਘ ਦੇ ਲਿਖੇ ਹੋਏ ਨਾਵਲ ਨੇ ਜਿਹੜੇ ਉਹ ਅੱਜ ਵੀ ਲੋਕਾਂ ਦੇ ਮਨਾਂ ਦੇ ਵਿੱਚ ਛਾਪ ਛੱਡਦੇ ਨੇ। ਉਹਨਾਂ ਦੀ ਲੇਖਣੀ ਹੈ ਜਿਹੜੀ ਅੱਜ ਵੀ 9/9 ਹੈ। ਐਤਵਾਰ ਨੂੰ ਦੇਹਾਂਤ ਨਾਲ ਜੁੜੀ ਇੱਕ ਹੋਰ ਖਬਰ ਆਈ ਜਿਸ ਨੇ ਪੰਜਾਬੀ ਸੰਗੀਤ ਜਗਤ ਨੂੰ ਉਦਾਸ ਕਰਕੇ ਰੱਖ ਦਿੱਤਾ ਹੈ। ਲੰਬੀ ਹੇਕ ਵਾਲੀ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਉਮਰ ਕਰੀਬ 77 ਵਰ੍ਹਿਆਂ ਦੀ ਸੀ ਤੇ ਕਾਫੀ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਪੰਜਾਬੀ ਲੋਕ ਗਾਇਕੀ ਵਿੱਚ 45 ਸੈਕਿੰਡ ਦੀ ਹੇਕ ਲਾਉਣ 'ਚ ਉਹਨਾਂ ਦਾ ਰਿਕਾਰਡ ਹੈ। ਹਾਲੇ ਤੱਕ ਵੀ ਉਹਨਾਂ ਦਾ ਰਿਕਾਰਡ ਕੋਈ ਤੋੜ ਨਹੀਂ ਸਕਿਆ ਸੀ। ਉਹਨਾਂ ਨੂੰ ਕਈ ਕੌਮੀ ਤੇ ਕੌਮਾਂਤਰੀ ਪੁਰਸਕਾਰ ਮਿਲ ਚੁੱਕੇ ਨੇ। ਪੰਜਾਬੀ ਜਗਤ ਵਿੱਚ ਸ਼ਹਿਦ ਨਾਲੋਂ ਮਿੱਠੀ ਆਵਾਜ਼ ਦੀ ਮਾਲਕਣ ਗੁਰਮੀਤ ਬਾਵਾ ਜਿਹੜੀ ਉਹ ਹਮੇਸ਼ਾ ਅਮਰ ਰਹੇਗੀ ਪੰਜਾਬੀ ਸੰਗੀਤ ਜਗਤ ਦੇ ਵਿੱਚ। ਗੁਰਮੀਤ ਬਾਵਾ ਦੇ ਦੇਹਾਂਤ ਦੀ ਖਬਰ ਨੇ ਪੂਰੇ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ। ਵੱਖ-ਵੱਖ ਗਾਇਕਾਂ ਤੇ ਸਿਆਸੀ ਲੀਡਰਾਂ ਨੇ ਉਹਨਾਂ ਦੀ ਮੌਤ ਤੇ ਦੁੱਖ ਪ੍ਰਗਟਾਇਆ। ਲੋਕ ਗਾਇਕ ਤੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਕਿ ਗੁਰਮੀਤ ਬਾਵਾ ਦੀ ਮੌਤ ਦੀ ਖਬਰ ਸੁਣ ਕੇ ਮਨ ਨੂੰ ਕਾਫੀ ਤਕਲੀਫ ਹੋਈ ਹੈ, ਬਹੁਤ ਦੁੱਖ ਪਹੁੰਚਿਆ। ਉਹਨਾਂ ਨੇ ਪੂਰੀ ਦੁਨੀਆ ਵਿੱਚ ਆਪਣਾ ਸਿੱਕਾ ਜਮਾਇਆ ਸੀ। ਉਹ ਆਵਾਜ਼ ਜਦੋਂ ਧਰਤੀ ਤੇ ਗਾਉਂਦੇ ਸੀ ਤਾਂ ਅੱਧੇ ਆਕਾਸ਼ ਤੱਕ ਆਵਾਜ਼ ਪਹੁੰਚ ਜਾਂਦੀ ਸੀ, ਪਰ ਉਹ ਆਵਾਜ਼ ਹੁਣ ਸੰਗੀਤ ਜਗਤ ਤੋਂ, ਪੰਜਾਬੀ ਜਗਤ ਤੋਂ ਦੂਰ ਹੋ ਗਈ ਹੈ।
ਉਹਨਾਂ ਨੇ ਮੰਗ ਕੀਤੀ ਹੈ ਪੰਜਾਬ ਸਰਕਾਰ ਕੋਲ ਕਿ ਗੁਰਮੀਤ ਬਾਵਾ ਦੀ ਯਾਦ ਵਿੱਚ ਕੋਈ ਯਾਦਗਾਰ ਜ਼ਰੂਰ ਉਸਾਰੀ ਜਾਵੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੁਰਮੀਤ ਬਾਵਾ ਦੇ ਦੇਹਾਂਤ ਦੀ ਖਬਰ ਸੁਣ ਕੇ ਬਹੁਤ ਸਦਮਾ ਤੇ ਦੁੱਖ ਹੋਇਆ। ਇਹ ਉਹਨਾਂ ਨੇ ਟਵੀਟ ਕੀਤਾ ਹੈ। ਕਹਿੰਦੇ ਪੰਜਾਬੀ ਲੋਕ ਸੰਗੀਤ ਵਿੱਚ ਉਹਨਾਂ ਦਾ ਯੋਗਦਾਨ ਅਮਿੱਟ ਹੈ। ਮੇਰੀਆਂ ਦਿਲੀ ਸੰਵੇਦਨਾਵਾਂ ਤੇ ਪ੍ਰਾਰਥਨਾਵਾਂ ਉਹਨਾਂ ਦੇ ਪਰਿਵਾਰ ਨਾਲ ਨੇ। ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਗਟ ਸਿੰਘ ਨੇ ਲਿਖਿਆ ਹੈ, ਗੁਰਮੀਤ ਬਾਵਾ ਨੇ ਪੰਜਾਬੀ ਮਾਂ ਬੋਲੀ, ਸੱਭਿਆਚਾਰਕ ਤੇ ਲੋਕ ਸੰਗੀਤ ਦੀ ਲੰਬਾ ਸਮਾਂ ਸੇਵਾ ਕੀਤੀ। ਉਹਨਾਂ ਦੇ ਤੁਰ ਜਾਣ ਨਾਲ ਪੰਜਾਬੀ ਲੋਕ ਗਾਇਕੀ ਨੂੰ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਬਾਵਾ ਨੂੰ ਸੰਗੀਤ ਵਿੱਚ ਰੁਚੀ ਜ਼ਰੂਰ ਸੀ, ਪਰ ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਹ ਅੱਗੇ ਜਾ ਕੇ ਆਪ ਵੀ ਗਾਉਣਗੇ। ਬਾਵਾ ਤੇ ਉਹਨਾਂ ਦੇ ਬਾਕੀ ਭੈਣ ਭਰਾ ਹਰ ਰੋਜ਼ ਸ਼ਾਮ ਵੇਲੇ ਮਿਲ ਕੇ ਸ਼ਬਦ ਗਾਉਂਦੇ ਹੁੰਦੇ ਸੀ। ਇੱਕ ਦਿਨ ਕਹਿੰਦੇ ਉਸ ਸਮੇਂ ਕੋਲੋਂ ਦੀ ਲੰਘ ਰਹੇ ਇੱਕ ਢੋਲ ਵਾਲੇ ਨੇ ਬਾਵਾ ਦੇ ਭਰਾ ਨੂੰ ਪੁੱਛਿਆ ਕਿ ਤੁਹਾਡੇ ਵਿੱਚੋਂ ਉਹ ਕਿਹੜਾ ਬੱਚਾ ਹੈ ਜੋ ਬਹੁਤ ਸੋਹਣਾ ਗਾਉਂਦਾ ਹੈ, ਤੇ ਕਿਹਾ ਕਿ ਉਹਦੀ ਆਵਾਜ਼ ਅਜਿਹੀ ਹੈ, ਉਹ ਵੱਡਾ ਹੋ ਕੇ ਵੱਡਾ ਕਲਾਕਾਰ ਬਣੇਗਾ, ਬਹੁਤ ਵੱਡਾ ਕਲਾਕਾਰ ਬਣੇਗਾ। ਤੇ ਬਾਵਾ ਨੂੰ ਇਹ ਗੱਲ ਉਹਨਾਂ ਦੇ ਭਰਾ ਨੇ 40 ਸਾਲਾਂ ਬਾਅਦ ਦੱਸੀ ਸੀ। ਮਾਂ ਦਾ ਸਾਥ ਛੋਟੀ ਉਮਰ ਦੇ ਵਿੱਚ ਹੀ ਛੁੱਟ ਗਿਆ ਸੀ। ਉਸ ਦੌਰ ਦੇ ਵਿੱਚ ਜਦੋਂ ਕੁੜੀਆਂ ਆਪਣੀ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਇੱਕ ਪੈਰ ਵੀ ਨਹੀਂ ਪੁੱਟ ਸਕਦੀਆਂ ਸੀ, ਬਾਵਾ ਨੇ ਨਾ ਕੇਵਲ ਸਿੱਖਿਆ ਹਾਸਲ ਕੀਤੀ ਬਲਕਿ JBT ਵੀ ਪਾਸ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੰਨੀ ਦਿਨੀ ਨਿਊਜ਼ ਚੈਨਲਾਂ ਨੂੰ, TV ਚੈਨਲਾਂ ਨੂੰ ਇੰਟਰਵਿਊਜ਼ ਵੀ ਦੇ ਰਹੇ ਨੇ ਤੇ ਪੰਜਾਬ ਸਰਕਾਰ ਕੋਲ ਪੈਸੇ ਦੀ ਘਾਟ ਬਾਰੇ ਜਦੋਂ ਪੱਤਰਕਾਰ ਨੇ ਸਵਾਲ ਪੁੱਛਿਆ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਕਿਸੇ ਆਮ ਆਦਮੀ ਨੂੰ, ਕਿਸੇ ਮਿਡਲ ਕਲਾਸ ਦੇ ਪਰਿਵਾਰ ਨੂੰ, ਕਿਸੇ ਗਰੀਬ ਨੂੰ ਫਾਇਦਾ ਹੁੰਦਾ ਹੈ ਤਾਂ ਇਹਨਾਂ ਦਾ ਢਿੱਡ ਕਿਉਂ ਦੁਖਦਾ ਹੈ, ਇਹ ਕਿਉਂ ਰੋਂਦੇ ਨੇ ਕਿ ਪੈਸੇ ਘਟ ਜਾਣਗੇ। ਸਰਕਾਰ ਚਲਾਉਣਾ ਮੇਰਾ ਕੰਮ ਹੈ, ਅਸੀਂ ਦਿਖਾਉਣਾ ਹੈ ਕਿ ਪੈਸਾ ਕਿੱਥੋਂ ਆਉਣਾ ਹੈ। ਯਾਨੀ ਕਿ ਇੱਥੇ ਮੁੱਖ ਮੰਤਰੀ ਚੰਨੀ ਨੇ ਵਿਰੋਧੀਆਂ ਨੂੰ ਲਪੇਟੇ ਦੇ ਵਿੱਚ ਲਿਆ ਹੈ। ਬੁਲੇਟਿਨ ਦੇ ਵਿੱਚ ਇੱਕ ਖਬਰ ਤੁਹਾਨੂੰ ਬਰਨਾਲਾ ਤੋਂ ਵੀ ਦੱਸ ਦਿੰਦੇ ਹਾਂ, ਜਿੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ 1 ਸਾਲ ਤੋਂ ਵੀ ਵੱਧ ਸਮੇਂ ਤੋਂ ਮੋਰਚਾ ਲਗਾਤਾਰ ਜਾਰੀ ਹੈ ਤੇ ਰੇਲਵੇ ਸਟੇਸ਼ਨ ਤੇ ਜਿਹੜਾ ਇਹ ਮੋਰਚਾ ਲੱਗਿਆ ਹੋਇਆ ਉਸ ਦੇ ਵਿੱਚ ਕਿਸਾਨਾਂ ਨੇ ਕੰਗਣਾ ਰਣੌਤ ਦੇ ਖਿਲਾਫ ਨਿਖੇਧੀ ਮਤਾ ਪਾਸ ਕੀਤਾ ਹੈ। ਮਤਾ ਪਾਸ ਕਰਕੇ ਕਿਸਾਨਾਂ ਨੇ ਪਦਮ ਸ਼੍ਰੀ ਪੁਰਸਕਾਰ ਕੰਗਣਾ ਤੋਂ ਵਾਪਸ ਲੈਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਹੈ ਕਿ ਕੰਗਣਾ ਰਣੌਤ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕਰ ਰਹੀ ਹੈ, ਕਿਸਾਨਾਂ ਦੇ ਖਿਲਾਫ ਬੋਲ ਰਹੀ ਹੈ ਤੇ ਹੱਕਦਾਰ ਨਹੀਂ ਹੈ ਕਿ ਇਸ ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਜਾਵੇ। ਇਸੇ ਦਰਮਿਆਨ BJP ਦੇ ਇੱਕ ਸੰਸਦ ਮੈਂਬਰ ਰਵੀ ਕਿਸ਼ਨ ਨੇ ਇੱਕ ਹੋਰ ਬਿਆਨ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਲੇ ਗਾਏ ਨੇ ਉਹੀ ਲੀਡਰ ਨੇ BJP ਦੇ ਜਿਹੜੇ ਹੁਣ ਤੱਕ ਇਹੀ ਕਹਿੰਦੇ ਆ ਰਹੇ ਸੀ ਕਿ ਕਾਨੂੰਨ ਠੀਕ ਨੇ ਤੇ ਹੁਣ ਉਲਟੇ ਬੋਲ ਨੇ ਜਿਹੜੇ ਉਹ ਬੋਲ ਰਹੇ ਨੇ ਤੇ ਹੁਣ ਪ੍ਰਧਾਨ ਮੰਤਰੀ ਨੇ ਜੋ ਕਾਨੂੰਨ ਵਾਪਸ ਲੈ ਲਏ ਨੇ, ਹੁਣ ਕਹਿ ਰਹੇ ਨੇ ਕਿ ਬੜਾ ਚੰਗਾ ਫੈਸਲਾ ਲਿਆ ਹੈ। ਰਵੀ ਕਿਸ਼ਨ ਨੇ ਤਾਂ ਅਜਿਹਾ ਬਿਆਨ ਦੇ ਦਿੱਤਾ ਹੈ ਜਿਹੜਾ ਬਹੁਤ ਹੀ ਵਿਵਾਦਿਤ ਕਿਹਾ ਜਾ ਸਕਦਾ ਹੈ। ਕਹਿੰਦੇ ਜਿਵੇਂ ਮਹਾਦੇਵ ਸ਼ਿਵ ਜੀ ਨੇ ਜ਼ਹਿਰ ਪੀ ਕੇ ਸ੍ਰਿਸ਼ਟੀ ਬਚਾ ਲਈ ਸੀ, ਠੀਕ ਉਸੇ ਤਰ੍ਹਾਂ ਨਰਿੰਦਰ ਮੋਦੀ ਨੇ ਵੀ ਜ਼ਹਿਰ ਪੀ ਕੇ ਦੇਸ਼ ਬਚਾ ਲਿਆ। ਅਤੇ ਰਵੀ ਕਿਸ਼ਨ ਦੇ ਇਸ ਟਵੀਟ ਤੇ ਲੋਕ ਵੀ ਮੋੜਵਾਂ ਜਵਾਬ ਦੇ ਰਹੇ ਨੇ। ਲੋਕਾਂ ਦਾ ਕਹਿਣਾ ਕਿ ਸਿੱਧਾ ਜ਼ਹਿਰ ਪੀ ਕੇ ਸ੍ਰਿਸ਼ਟੀ ਨੂੰ ਬਚਾ ਲਿਆ ਜਾਂਦਾ ਤਾਂ ਝੁਕਣ ਦੀ ਲੋੜ ਹੀ ਨਹੀਂ ਸੀ ਪੈਣੀ, ਜੇ ਜ਼ਹਿਰ ਪੀਣਾ ਸੀ ਤਾਂ ਪਹਿਲੇ ਦਿਨ ਪੀ ਲੈਂਦੇ। ਜਾਂਦੇ ਇੱਕ ਖਬਰ ਤੁਹਾਨੂੰ ਹਿਮਾਚਲ ਤੋਂ ਦੱਸ ਦਿੰਦੇ ਹਾਂ, ਜਿੱਥੇ ਕਾਂਗੜਾ ਜ਼ਿਲ੍ਹੇ ਦੇ ਨਗਰੋਟਾ ਬਾਗਵਾਨ ਸਬ ਡਿਵੀਜ਼ਨ ਦੇ ਮੁਮਤਾ ਵਾਸੀ 30 ਸਾਲਾ ਨੌਜਵਾਨ ਦੀ ਬੀੜ ਨੇੜੇ ਪੈਰਾਗਲਾਈਡਰ ਤੋਂ ਡਿੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਬਿਲਿੰਗ ਤੋਂ ਉਡਾਣ ਭਰਨ ਤੋਂ ਪਹਿਲਾਂ ਸੰਦੀਪ ਚੌਧਰੀ ਦੇ ਨਾਲ ਗਏ ਪਾਇਲਟ ਦੇ ਵੱਲੋਂ ਗਲਾਈਡਰ ਦੀ ਸੁਰੱਖਿਆ ਬੈਲਟਾਂ ਨੂੰ ਸਹੀ ਤਰ੍ਹਾਂ ਨਾਲ ਨਹੀਂ ਕੱਸਿਆ ਗਿਆ ਸੀ ਤੇ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਬੈਲਟ ਢਿੱਲੀ ਹੋ ਗਈ ਤੇ ਸੰਦੀਪ ਬੀੜ ਦੇ ਨੇੜੇ ਇੱਕ ਘਰ ਦੀ ਛੱਤ ਤੇ ਕਰੀਬ 150 ਫੁੱਟ ਉੱਤੋਂ ਆ ਡਿੱਗਿਆ ਅਤੇ ਦਰਦਨਾਕ ਮੌਤ ਹੋ ਗਈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ।